ਮਾਂ ਜੀ ਇਹ ਜਦੋਂ ਮਾਰਦੇ ਕੁੱਟਦੇ ਸੀ ਤੇ ਕੁਝ ਚੀਖਾਂ ਦੀ ਕੋਈ ਆਵਾਜ਼ਾਂ ਕੋਈ ਸੁਣਾਈ ਨਹੀਂ ਸੀ। ਜਿਹੜਾ ਇਹਨਾਂ ਦੇ ਘਰ ਜਾਂਦਾ ਹੁੰਦਾ ਸਾਡੇ ਘਰ ਨਾ ਆਇਆ ਕਰੋ। ਕੌਣ ਕਹਿੰਦਾ ਸੀ ਜਿਹੜਾ ਉਹਦੀ ਮਾਂ ਦੀ ਸੀ। ਜਾਤੀ ਹੈ ਹਕੂਮਤ ਅੱਗੇ ਅਪੀਲ ਕਰਨੇ ਕਿ ਇਹਨਾਂ ਨੂੰ ਸਰੇਆਮ ਇੱਥੇ ਬਸਰੇ ਚ ਮਰੀਦ ਕੇ ਪੰਜਾਬ ਚ ਕਿਸੇ ਵੀ ਏਰੀਆ ਚ ਸਰੇਆਮ ਗੋਲੀ ਮਾਰੀ ਦੇ। ਮਹਿਰੀਨ ਨੂੰ ਦੇਖਿਆ ਸੀ ਨਹੀਂ ਬਾਹਰ ਮੈਂ ਨਿਕਲ? ਦੇਖਿਆ ਪੁੱਤਰ, ਮੈਂ ਬਾਹਰ ਨਿਕਲੀ ਵੀ ਨਹੀਂ ਵੇਖੀ, ਕੋਠੇ ਤੇ ਚੜੀ ਵੀ ਨਹੀਂ ਕਿਤੇ ਵੇਖੀ, ਕਿਤੇ ਜਾਂਦੀ ਆਉਂਦੀ ਵੀ ਨਹੀਂ ਵੇਖੀ। ਅੱਛਾ, ਇਸ ਵਾਲੇ ਦੀ ਬੱਚੀ ਕੋਈ ਵਿਕਾਊ ਮਾਲ ਨਹੀਂ ਹੈਗਾ। ਇਸੇ ਤਰ੍ਹਾਂ ਅਸੀਂ ਵੀ ਵਿਕਾਊ ਬੱਚੀਆਂ ਨਹੀਂ ਹੈਗੀਆਂ। ਜਿਸ ਤਰ੍ਹਾਂ ਉਹਨਾਂ ਨੂੰ ਇਨਸਾਫ ਮਿਲ ਸਕਦਾ ਨਾ, ਸਾਨੂੰ ਵੀ ਇਨਸਾਫ ਦਿੱਤਾ ਜਾਵੇ। ਉਹ ਨਹੀਂ ਸੀ ਚੰਗੀ, ਉਹਨਾਂ ਤਾਂ ਨਹੀਂ ਸੀ ਪਾਸ ਤੇ ਤਲਾਕ ਦੇ ਛੱਡ ਜਾਂਦੇ ਜਾਂ ਆਪਣੇ ਮਾਪੇ ਦੇ ਘਰ ਚਲੀ ਜਾ। ਆ ਜਿਹੜਾ ਉਹਦੇ ਨਾਲ ਜ਼ੁਲਮ ਕੀਤਾ ਬਹੁਤ ਭੈੜਾ ਕੀਤਾ ਉਹਨੇ। ਸਾਡੀ ਹਕੂਮਤ ਨੇ ਜ਼ਾਹਰ ਕਰ ਦਿੱਤਾ ਵੀ ਅਸੀਂ ਹੱਥਾਂ 'ਚ ਚੂੜੀਆਂ ਪਾ। ਸਾਡੀ ਹਕੂਮਤ ਨੇ ਚੂੜੀਆਂ ਪਾਈਆਂ ਹੋਈਆਂ ਨੇ ਹੱਥਾਂ 'ਚ। ਇੱਕ ਬੱਚੀ ਹੈ ਤੇ ਮੈਨੂੰ ਤਾਂ ਆਪ ਡਰ ਆਉਂਦਾ ਤੇ ਲੱਸ ਸੋਹਣਿਆ ਇਸ ਤਰ੍ਹਾਂ ਕਿਸੇ ਦੀ ਧੀ ਦੇ ਨਸੀਬ ਨਾ ਕਰੀ, ਜਾਂ ਮੇਰੇ ਬਾਰੀ ਤਾਲਾ ਧੀਆਂ ਦੇ ਨਸੀਬ ਅੱਛੇ ਕਰੀ। ਮਹਿਰੀਨ ਮੇਰੀ ਬੇਟੀ, ਮੇਰੀ ਭੈਣ ਹੈ। ਇਹ ਕਿਸੇ ਹੋਰ ਦੀ ਭੈਣ ਜਾਂ ਬੇਟੀ ਨਹੀਂ ਮਰੀ ਗਈ, ਮੇਰੀ ਬੇਟੀ ਮਰੀ ਗਈ, ਮੇਰੀ ਮਹਿਰੀਨ ਗਈ ਹੈ। ਅੱਲਾ ਧੀਆਂ ਦੇ ਨਸੀਬ ਕਿੱਥੇ ਬਹਿ ਕੇ ਲਿਖ ਛੜੇ ਨੇ। ਇਹ ਵੀ ਕਿਸੇ ਦੀ ਧੀ ਸੀ। ਲਲਕਾਰਿਆ ਗਿਆ ਔਰਤ ਜ਼ਾਤ ਨੂੰ ਔਰਤ ਨੇ ਲਲਕਾਰਿਆ ਵੇ। ਇਸ ਕਰਕੇ ਕਿ ਅੰਮਾ ਹਵਾ ਦੀ बेटी ਦੀ कोई इज्जत नहीं है इस माशरे से। अस्सलाम वालेकुम नाज़रीन, मैं हूं एडी मलिक और इस वक्त मुरीद के बसरा कॉलोनी में मौजूद हूं, जहां 10 दिन पहले एक मासूम सी बच्ची को बेईमाना तशद्दुद के बाद उसके ससुरालियों ने मौत के घाट उतार दिया। यकीनन महरीन की बात ही मैं कर रहा हूं और महरीन के मुतल्लिक आपने उसकी माँ, भाई और गुस्ल देने वाली खातून का भी इंटरव्यू सुना होगा। आज हमने आपको कुछ मनाजर दिखाए उस घर के, जिस घर में उस बच्ची को तशद्दुद कर करके उसको मार दिया, उसकी टांगे तोड़ दी, उसके बाजू तोड़ दिए, उसका सर फोड़ दिया और उसके जिस्म के नाजुक हिस्सों पर तेजाब फेंक कर जला दिया। यकीनन जब हम ये वीडियो रिकॉर्ड कर रहे थे, जब उस घर में, जिस घर में उस मासूम सी बच्ची को, जिसे 10 माह पहले ये लोग दुल्हन बनाकर उस गरीब खानदान से, जिन्होंने उस मासूम सी बच्ची को, शहजादी को पाला पोसा बड़ा किया और डोली में बिठाकर इन लोगों के हवाले कर दिया। इन लोगों का यहाँ पर रहन सहन कैसा है, क्योंकि इर्द गिर्द तो इनके घर के करीब कोई नहीं था। लेकिन जैसे हम वहाँ पर ये वीडियो रिकॉर्ड कर रहे थे, हमें यहाँ से दूर से देखती हुई खवातीन ने आवाज़ें दी, उन्होंने हमें अपने पास बुलाया और उन्होंने जब इस वाक़े के बारे में उस बच्ची के साथ, और वो बच्ची जिसे 10 माह पहले दुल्हन बनाकर इस घर में लाया गया था, क्या वो बच्ची करैक्टरलेस थी या फिर उसके बारे में ये लोग क्या कहते हैं और उसके ससुराल के बारे में क्या कहते हैं। हमारे साथ एक बुजुर्ग खातून मौजूद है, हम उनसे जानने की कोशिश करते हैं। और यकीनन इनकी भी बेटी होगी, और जो जिनकी बेटियां हैं या जिनकी बहनें हैं, वो जरूर इस वीडियो को उसी निगाह से, उसी दर्द से महसूस करेंगे कि ये किसी की बेटी के साथ नहीं, बल्कि ये हमारी बेटी के साथ वाक़या हुआ है। माँ जी, तुसी मैनूं ये दसो कि इत्थे किन्ने अरसे तो रहंदे सी? ਇਹਨਾਂ ਨੂੰ ਹੋ ਗਏ 2 ਸਾਲ। अच्छा, 2 ਸਾਲ ਹੋ ਗਏ ਨੇ ਤੇ ਸਾਲ ਵਿੱਚ ਇਹਨਾਂ ਕੁੜੀ ਮੁੰਡੇ ਦਾ ਵਿਆਹ ਕਰ ਲਿਆ। अच्छा 2 ਸਾਲ ਹੋਏ ਨੇ ਇੱਥੇ ਰਹਿੰਦੇ? ਹਾਂਜੀ। ਤੇ ਇਹ ਅਲੀ ਕੀ ਕੰਮ ਕਰਦਾ ਸੀ? ਮੋਟਰਵੇ ਪੁਲਿਸ ਚ ਲੱਗਾ, ਕੰਡਕਟਰ ਲੱਗਾ ਹੁੰਦਾ ਜਿਹੜਾ ਬੰਦਾ। ਅੱਛਾ, ਹੈਲਪਰ ਸੀ, ਰਜ਼ਾਕਾਰ। ਰਜ਼ਾਕਾਰ ਸਾਨੂੰ ਨਹੀਂ ਪਤਾ, ਆਂਦੇ ਨੇ ਮੋਟਰਵੇ ਪੁਲਿਸ ਚ ਲੱਗਾ, ਇੱਕ ਗੱਡੀ ਜੇ ਕਲਾਰੀ ਹੁੰਦੀ ਨੇ ਇਹਦੇ ਚ, ਤੇ ਅਸੀਂ ਕਦੀ ਗਏ ਹੀ ਨਹੀਂ ਤੇ ਕਦੀ ਆਹ ਬੱਚੀ ਉਹਦੀ ਸ਼ਕਲ ਤੱਕ ਨਹੀਂ ਵੇਖੀ। ਮਹਿਰੀਨ ਨੂੰ ਨਹੀਂ ਕਦੀ ਵੇਖਿਆ? ਨਹੀਂ ਵੇਖਿਆ। ਸਮਾਨ ਆਉਂਦਾ ਵੇਖਿਆ, ਸੋਹਣਾ ਉਹਦਾ ਸਮਾਨ ਆਇਆ, ਕਿ ਸ਼ੁਕਰ ਹੈ ਚਲੋ ਆਪਣੇ ਘਰ। ਅੱਜ ਤੱਕ ਉਹਨੂੰ ਇਹ ਨਹੀਂ ਵੇਖਿਆ ਤਾਂ ਆਪਣੀ ਬੀਵੀ ਨੂੰ ਬਾਲ ਕੇ ਤੇ ਬਾਹਰ ਅੰਦਰ ਜਾਂਦਾ ਹੁੰਦਾ ਲੈ ਕੇ। ਜਿੱਦਣ ਦੀ ਆਈ ਇੱਥੇ ਇਸੇ ਕੋਲ ਕੋਠੜੀ 'ਚ ਵੜੀ ਤੇ ਇੱਥੋਂ ਹੀ ਆਂਦੇ ਮੁੱਕ ਕੇ ਗਈ। ਤੇ ਮਾਂ ਜੀ ਇਹ ਜਦੋਂ ਮਾਰਦੇ ਕੁੱਟਦੇ ਸੀ ਤੇ ਕੁਝ ਚੀਖਾਂ ਦੀ ਕੋਈ ਆਵਾਜ਼ਾਂ ਕੋਈ ਸੁਣਾਈ ਨਹੀਂ ਸੀ? ਜਿਹੜਾ ਇਹਨਾਂ ਦੇ ਘਰ ਜਾਂਦਾ ਹੁੰਦਾ ਸਾਡੇ ਘਰ ਨਾ ਆਇਆ ਕਰੋ। ਕੌਣ ਕਹਿੰਦਾ ਸੀ ਜਿਹੜਾ? ਉਹਦੀ ਮਾਂ ਦੀ ਸੀ। ਅੱਛਾ, ਇਹਦੀ ਮਾਂ ਦਾ ਕੀ ਨਾਮ ਹੈਗਾ? ਉਹਦੀ ਮਾਂ ਦੇ ਨਾਂ ਦਾ ਵੀ ਨਹੀਂ ਸਾਨੂੰ ਪਤਾ। ਅੱਛਾ, ਪਿਓ ਦੇ ਨਾਂ। 2 ਸਾਲ ਤੋਂ ਇੱਥੇ ਰਹਿੰਦੇ, ਤੁਹਾਨੂੰ ਨਾਮ ਤੱਕ ਦਾ ਨਾ ਉਹਨਾਂ ਦੇ ਪਿਓ ਦੇ ਨਾਂ ਦਾ ਪਤਾ, ਨਾ ਮਾਂ ਦੇ ਨਾਂ ਦਾ, ਨਾ ਉਹਨਾਂ ਦੀ ਕੁੜੀ ਦੇ ਨਾਂ ਦਾ ਪਤਾ। ਸਿਰਫ ਉਹਨਾਂ ਦਾ ਜਿਹੜਾ ਮੁੰਡਾ ਅਲੀ, ਉਹਦੇ ਨਾਂ ਦਾ ਪਤਾ। ਅੱਛਾ, ਕਦੇ ਬਾਹਰ ਇਹਨਾਂ ਲੋਕਾਂ ਨਾਲ ਤਾਲੁਕਾਤ ਹੀ ਨਹੀਂ ਬਣਾਇਆ। ਤੇ ਤੁਸੀਂ ਉਹਨਾਂ ਦੀ ਨੂੰਹ ਨੂੰ ਵੀ, ਮਹਿਰੀਨ ਨੂੰ ਦੇਖਿਆ ਸੀ ਬਾਹਰ ਨਿਕਲ? ਮੈਂ ਦੇਖਿਆ ਪੁੱਤਰ, ਮੈਂ ਬਾਹਰ ਨਿਕਲੀ ਵੀ ਨਹੀਂ ਵੇਖੀ, ਕੋਠੇ ਤੇ ਚੜੀ ਵੀ ਨਹੀਂ ਕਿਤੇ ਵੇਖੀ, ਕਿਤੇ ਜਾਂਦੀ ਆਉਂਦੀ ਵੀ ਨਹੀਂ ਵੇਖੀ। ਅੱਛਾ, ਆਉਣਾ ਵੇ ਤੇ ਪਤਾ ਨਹੀਂ ਕਿਹੜੇ ਵੇਲੇ ਪੇਕੇ ਜਾਂਦੀ ਰਹੀ ਤੇ ਪਤਾ ਨਹੀਂ ਕਿਹੜੇ ਵੇਲੇ ਲੈ ਆਉਂਦੇ ਰਹੇ। ਤੁਸੀਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾਈਆਂ ਨੇ ਉਸ ਬੱਚੀ ਦੇ ਨਾਲ ਜ਼ੁਲਮ ਹੋਇਆ, ਇਹ ਵੇਖ ਕੇ ਤੁਸੀਂ ਕੀ ਮਹਿਸੂਸ ਕੀਤਾ? ਇਹਨਾਂ ਜ਼ੁਲਮ ਕੀਤਾ। ਜੇ ਉਹ ਨਹੀਂ ਸੀ ਚੰਗੀ, ਉਹਨਾਂ ਤਾਂ ਨਹੀਂ ਸੀ ਪਾਸ ਤੇ ਤਲਾਕ ਦੇ ਛੱਡ ਜਾਂਦੇ ਜਾਂ ਆਪਣੇ ਮਾਪੇ ਦੇ ਘਰ ਚਲੀ ਜਾ। ਆ ਜਿਹੜਾ ਉਹਦੇ ਨਾਲ ਜ਼ੁਲਮ ਕੀਤਾ ਬਹੁਤ ਭੈੜਾ ਕੀਤਾ ਉਹਨਾਂ। ਹਾਂ, ਇਹ ਤੇ ਬਿਲਕੁਲ ਸਰਾਸਰ ਜ਼ੁਲਮ ਹੈ। ਸਾਡੀ ਬੱਚੀ ਨਾਲ ਕੋਈ ਇੰਜ ਕਰੇ, ਸਾਡੇ ਅਸੀਂ ਸਾਬਤ ਰਾਂਗੇ। ਇਹ ਤੁਹਾਡੀ ਬੱਚੀ ਨਹੀਂ? ਤੁਹਾਨੂੰ ਲੱਗਦਾ ਕਿ ਸਾਡੀ ਬੱਚੀ? ਸਾਡੀ ਬੱਚੀ ਹੈ। ਮੇਰੀ ਤਾਂ ਆਪ ਇੱਕ ਬੱਚੀ ਹੈ ਤੇ ਮੈਨੂੰ ਤਾਂ ਆਪ ਡਰ ਆਉਂਦਾ ਤੇ ਲੱਸ ਸੋਹਣਿਆ ਇਸ ਤਰ੍ਹਾਂ ਕਿਸੇ ਦੀ ਧੀ ਦੇ ਨਸੀਬ ਨਾ ਕਰੀ, ਜਾਂ ਮੇਰੇ ਬਾਰੀ ਤਾਲਾ ਧੀਆਂ ਦੇ ਨਸੀਬ ਅੱਛੇ ਕਰੀ। ਮੈਨੂੰ ਤਾਂ ਬੜਾ ਡਰ ਆਉਂਦਾ। ਮੈਂ ਤਾਂ ਉਦੋਂ ਦੀ ਵੇਖ ਮੈਨੂੰ ਇਹਨਾਂ ਦਾ ਘਰ ਵੇਖ ਕੇ ਦਹਿਸ਼ਤ ਆਉਂਦੀ ਹੈ। ਤੇ ਯਾ ਅੱਲਾ ਧੀਆਂ ਦੇ ਨਸੀਬ ਕਿੱਥੇ ਬਹਿ ਕੇ ਲਿਖ ਛੜੇ ਨੇ। ਇਹ ਵੀ ਕਿਸੇ ਦੀ ਧੀ ਸੀ, ਯਤੀਮ ਸੀ। ਤੁਹਾਨੂੰ ਪਤਾ ਉਹਦਾ ਪਿਓ ਨਹੀਂ ਹੈ? ਬੱਚੀ ਯਤੀਮ ਹੈ। ਮੇਰਾ ਤਾਂ ਆਪ, ਮੈਂ ਤਾਂ ਆਪ ਬੇਵਾ ਔਰਤ, ਮੇਰੀ
25 ਸਾਲ ਹੈ ਮੇਰੇ ਬੰਦੇ ਦੀ ਡੈਥ ਹੋ ਗਈ ਇਹ ਰੇਂਜਰ ਜ਼ੁਲਮ ਵੇਖ ਕੇ ਤੁਹਾਨੂੰ ਆਪਣੀ ਧੀ ਦਾ ਡਰ ਲੱਗਦਾ? ਡਰ ਆਉਂਦਾ। ਮੇਰੀ ਤੇ ਇੱਕੋ ਧੀ ਬੜੀ ਇਕਲੌਤੀ ਮੇਰੀ ਵੀ ਕੋਈ ਬੱਚੀ, ਤੇ ਮੈਨੂੰ ਡਰ ਆਉਂਦਾ। ਮੈਂ ਆਨੀ ਆ ਯਾ ਅੱਲਾ ਕੋ ਨੇਕ ਮੱਥੇ ਲਾਵੀਂ। ਤੇ ਬੜੀ ਲਾਡਲੀ ਰੱਖੀ। ਅੱਛਾ, ਤੁਸੀਂ ਮੈਨੂੰ ਦੱਸਿਆ ਕਿ ਇੱਥੇ ਕੁਝ ਦਿਨ ਪਹਿਲੇ ਇਹਨਾਂ ਨੇ ਕੋਈ ਟਾਫੀਆਂ ਸ਼ਾਫੀਆਂ ਵੀ ਵੰਡੀਆਂ ਸੀ। ਹਾਂ, ਟਾਫੀਆਂ ਵੰਡੀਆਂ। ਆਖਣਾ ਹੈ ਅਲੀ ਦੀ ਲੱਤ ਟੁੱਟ ਗਈ ਹੈ। ਅਲੀ ਦੀ ਲੱਤ ਟੁੱਟ ਗਈ? ਅਲੀ ਦੀ ਲੱਤ ਟੁੱਟ ਗਈ ਤੇ ਟਾਫੀਆਂ ਬੱਚੇ ਆਏ ਨਾ ਟਾਫੀਆਂ। ਮੈਂ ਕਿਤੇ ਕਰਵਾਉਂਦੀਆਂ ਟਾਫੀਆਂ ਹੈ, ਉਹ ਜਿਹੜਾ ਸਾਹਮਣੇ ਘਰ ਵਾਲੀ ਉਹਦੀ ਲੱਤ ਟੁੱਟ ਗਈ। ਮੇਰਾ ਦਿਲ ਕਰੇ ਤੇ ਮੈਂ ਜਾਵਾਂ ਪਤਾ ਲਿਆਵਾਂ। ਹਾਂ, ਮੇਰੀਆਂ ਨੂੰਹਾਂ ਆਂਦੀਆਂ ਅੰਮੀ ਤੇਰੇ ਕੋ ਤੁਰਿਆ ਤੇ ਜਾਂਦਾ, ਤੂੰ ਨਾ ਜਾ। ਅੱਛਾ। ਦੂਜੇ ਦਿਨ ਵੇਖਿਆ ਤਾਂ ਅਲੀ ਘੋੜੇ ਵਰਗਾ ਮੋਟਰਸਾਈਕਲ ਚੜ ਕੇ ਜਾਏ ਪਿਆ ਇਦਾਂ। ਇਹਨਾਂ ਨੇ ਨਾਟਕ ਕੀਤਾ ਸਾਰਾ ਕੁਝ ਯਾਨੀ ਵੀ ਕਿ ਉਹ ਲੱਤ ਅਲੀ ਦੀ ਨਹੀਂ ਸੀ ਟੁੱਟੀ, ਉਹ ਮਹਿਰੀਨ ਦੀ ਤੋੜੀ ਸੀ। ਅੱਲਾ ਜਾਣੇ। ਅੱਛਾ ਬਾਜੀ, ਤੁਸੀਂ ਵੀ ਯਕੀਨਨ ਇੱਥੇ ਰਹਿੰਦੇ ਹੋ, ਤੇ ਤੁਸੀਂ ਕੀ ਇਹ ਵੇਖ ਕੇ ਸਾਰਾ ਕੁਝ ਤੁਸੀਂ ਕੀ ਕਹੋਗੇ? ਭਾਈ ਮੈਂ ਤੇ ਇਹ ਕਹਾਂਗੀ ਵੀ ਸਭ ਤੋਂ ਪਹਿਲੇ ਸਾਡੇ ਮੁਲਕ ਦੀ ਹਕੂਮਤ ਨਹੀਂ ਆਪਣੀ ਹੈਗੀ। ਸਾਡੇ ਮੁਲਕ 'ਚ ਹਕੂਮਤ ਹੋਏ ਨਾ ਤੇ ਕੋਈ ਇੱਥੇ ਪਰਿੰਦਾ ਬਾਹਰ ਦੇ ਮੁਲਕ ਦਾ ਵੀ ਪਰ ਨਹੀਂ ਮਾਰ ਸਕਦਾ। ਇਸ ਟਾਈਮ ਤੇ ਇਸ ਪੰਜਾਬ ਦੀ ਹਕੂਮਤ ਦੀ ਜਿਹੜੀ ਸਰਬਰਾਹ ਇੱਕ ਖਾਤੂਨ ਹੈ, ਔਰ ਇਸ ਖਾਤੂਨ ਦੇ ਨਾਲ ਇਸ ਖਾਤੂਨ ਦੀ ਸਰਬਰਾਹੀ ਦੇ ਵਿੱਚ ਐਡਾ ਜ਼ੁਲਮ, ਇਹ ਕੁਝ ਹੋ ਗਿਆ। ਫਿਰ ਲੱਗਦਾ ਤੇ ਨਹੀਂ ਹੈਗਾ ਵੀ ਪੰਜਾਬ ਦੀ ਲੇਡੀਜ਼ ਪੁਲਿਸ ਹੋਵੇ। ਲੇਡੀਜ਼ ਪੁਲਿਸ ਹੋਵੇ ਨਾ ਤੇ ਇਸ ਤਰ੍ਹਾਂ ਅਗਰ ਵਾਰਦਾਤ ਹੋਈ ਹੈ ਨਾ ਤੇ ਉਸ ਮਰਦ ਦੇ ਗਿਰੇਬਾਨ 'ਚ ਹੱਥ ਹੋਣਾ ਚਾਹੀਦਾ। ਵਜ਼ੀਰ ਆਲਾ ਵੀ ਤੇ ਤੁਹਾਨੂੰ ਪਤਾ ਇੱਕ ਔਰਤ ਹੈਗੀ ਹੈ। ਲੇਕਿਨ ਨਾ ਸਾਨੂੰ ਆਪਣੇ ਮੁਲਕ ਤੇ ਇਤਮਾਦ ਨਹੀਂ ਰਹਿ ਗਿਆ। ਸਾਡੀਆਂ ਬੱਚੀਆਂ ਜਦੋਂ ਦੂਸਰੇ ਘਰ 'ਚ ਜਾਣਗੀਆਂ ਸ਼ਾਦੀशुदा ਹੋ ਕੇ, ਉਹਨਾਂ ਨੇ ਇਹ ਲਲਕਾਰ ਕੇ ਮਾਰਿਆ ਉਹਨਾਂ ਨੇ ਨਾ ਬੱਚੀ ਨੂੰ। ਸਾਨੂੰ ਲਲਕਾਰਿਆ ਵੀ ਤੁਸੀਂ ਵੀ ਅੱਗੋਂ ਆਪਣੀਆਂ ਬੇਟੀਆਂ ਦੀ ਸ਼ਾਦੀ ਕਰੋਗੇ ਨਾ ਤੇ ਇਹ ਉਹਨਾਂ ਤੇ ਵਾਰਦਾਤ ਅਸੀਂ ਕਰਾਂਗੇ। ਇਸ ਤਰ੍ਹਾਂ ਰੱਖਾਂਗੇ ਬੇਟੀਆਂ ਨੂੰ ਲਲਕਾਰਿਆ। ਹਾਂ, ਇਸ ਤਰ੍ਹਾਂ ਅਸੀਂ ਨਾ ਐਜ਼ ਅ ਬਹੂ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਰੱਖਨੇ ਆਪਣੇ ਘਰ ਵਿੱਚ। ਇਹ ਸਾਨੂੰ ਲਲਕਾਰਿਆ ਗਿਆ ਔਰਤ ਜ਼ਾਤ ਨੂੰ ਔਰਤ ਨੇ ਲਲਕਾਰਿਆ ਵੇ। ਇਸ ਕਰਕੇ ਕਿ ਅੰਮਾ ਹਵਾ ਦੀ ਬੇਟੀ ਦੀ ਕੋਈ ਇੱਜ਼ਤ ਨਹੀਂ ਹੈਗੀ ਇਸ ਮਾਸ਼ਰੇ 'ਚ। ਪਾਕਿਸਤਾਨ 'ਚ, ਪੰਜਾਬ 'ਚ, ਪੂਰੇ ਮੁਲਕ ਦਾ ਕੋਈ ਵੀ ਏਰੀਆ ਨਾ ਔਰਤ ਦੀ ਬਹੂ ਕੋਈ ਇੱਜ਼ਤ ਨਹੀਂ ਹੈਗੀ, ਨਾ ਬੇਟੀ ਦੀ, ਨਾ ਬਹੂ ਦੀ, ਨਾ ਮਾਂ ਦੀ, ਨਾ ਬੀਵੀ ਦੀ। ਮਾਸ਼ਰੇ 'ਚ ਕੋਈ ਨਹੀਂ ਇਸ ਨਿਗਾਹ ਨਾਲ ਦੇਖਦਾ ਕਿ ਇਹ ਵੀ ਇੱਜ਼ਤ ਦੇ ਲਾਇਕ ਹੈ ਕਿ ਵੀ ਇੱਕ ਔਰਤ ਆ ਕੇ ਇੱਕ ਬੇਟੀ ਨੂੰ ਜਨਮ ਦਿੰਦੀ, ਉਹਦੇ ਨਾਲ ਕਿੰਨੀਆਂ ਨਸਲਾਂ ਅੱਗੋਂ ਜਨਮ ਲੈਂਦੀਆਂ ਨੇ, ਪਰਵਰਿਸ਼ ਹੁੰਦੀ ਹੈ। ਇਸ ਘਰ ਦੇ ਵਿੱਚ ਉਸ ਮਕਤੂਲਾ ਮਹਿਰੀਨ ਤੋਂ ਇਲਾਵਾ ਦੋ ਔਰਤਾਂ ਵੀ ਸਨ। ਦੋ ਨਹੀਂ, ਤਿੰਨ ਨੇ। ਇਹਨਾਂ ਦੀਆਂ ਦੋ ਭੈਣਾਂ ਨੇ, ਅਲੀ ਦੀਆਂ ਦੋ ਭੈਣਾਂ ਨੇ। ਇੱਕ ਨਹੀਂ ਇੱਥੇ ਕਿਤੇ ਆਂਦੀ, ਪਤਾ ਨਹੀਂ ਉਹ ਕਿੱਥੇ ਰਹਿੰਦੀ। ਠੀਕ ਹੈ। ਲੇਕਿਨ ਇਹ ਵੇ ਕਿ ਇਸ ਵਾਰਦਾਤ ਨੇ ਨਾ ਛੋਟੇ ਬੱਚੇ ਤੋਂ ਰੱਖ ਕੇ ਤੇ ਵੱਡੇ ਬਜ਼ੁਰਗ ਤੱਕ ਨਾ ਨਿਹਾਲ ਕਰ ਦਿੱਤਾ। ਅੱਛਾ, ਇਹਨਾਂ ਨੇ ਤੁਹਾਨੂੰ ਕੀ ਲੱਗਦਾ ਕਿ ਇਕੱਲੇ ਅਲੀ ਨੇ ਮਾਰਿਆ ਹੋਏਗਾ ਕਿ ਸਾਰੇ ਨੇ? ਦਿਲ ਮੰਨਦਾ, ਮੇਰਾ ਦਿਲ ਖੁਦ ਜ਼ਾਤੀ ਤਸਲੀਮ ਕਰਦਾ ਵੀ ਕਿ ਇਹਨਾਂ ਸਾਰਿਆਂ ਨੇ ਕਾਰਵਾਈ। ਇੱਕ ਬੰਦੇ ਦੇ ਹੱਥ ਤੇ ਇੱਕ ਬੰਦਾ ਨਹੀਂ ਆ ਸਕਦਾ। ਗਰਦਨ ਵੀ ਤੋੜਨੀ, ਬਿਲਕੁਲ ਵਾਹ ਹਯਾਤੀ ਵੀ, ਜਿਹੜੇ ਜਿਸਮ ਦੇ ਹਜ਼ਾਰ ਕੱਟੇ ਗਏ ਨੇ, ਜਿਸ ਤਰ੍ਹਾਂ ਲੱਤਾਂ ਤੋੜੀਆਂ ਨੇ ਜਾਂ ਤੇਜ਼ਾਬ ਪਿਲਾਇਆ ਗਿਆ, ਇੱਕ ਬੰਦਾ ਨਹੀਂ, ਕੋਈ ਨਾਲ ਹੈਲਪਰ ਹੋਏਗਾ ਐਜ਼ਾ ਕੋਈ ਬਾਪ, ਕੋਈ ਭੈਣ ਜਾਂ ਵਾਲਦਾ ਜਾਂ ਕੋਈ ਵੀ ਕੋਈ ਅਜ਼ੀਜ਼ ਰਿਸ਼ਤੇਦਾਰ ਹੋਏਗਾ ਤੇ ਉਹਨਾਂ ਨਾਲ ਵਾਰਦਾਤ ਹੋਈ ਗਈ। ਤੁਸੀਂ ਕਦੀ ਨਹੀਂ ਉਸ ਬੱਚੀ ਨੂੰ ਵੇਖਿਆ? ਨਹੀਂ, ਅਮਾਨੀ ਕਰਾਨੀ ਅਸੀਂ ਨਹੀਂ ਦੇਖਿਆ ਹੈਗਾ। ਵਜ੍ਹਾ ਕੀ ਸੀ? ਉਹਨੂੰ ਰੋਕ ਕੇ ਰੱਖਦੇ ਸੀ। ਫੇਸਬੁੱਕ ਤੇ ਮੈਂ ਉਹਦੀ ਵੀਡੀਓ ਵੇਖੀ ਹੈ, ਫਿਰ ਮੈਂ ਦੁਬਾਰਾ ਰਿਪੀਟ 'ਚ ਗਈ ਹਾਂ, ਮੈਂ ਦੁਬਾਰਾ ਫਿਰ ਕਲੀਅਰ ਦੇਖਿਆ ਤੇ ਫਿਰ ਸਾਨੂੰ ਪਤਾ ਲੱਗਾ। ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਵੀ ਗਮ ਹੋ ਗਿਆ ਵੀ ਨਹੀਂ ਸੀ ਤਸਲੀਮ ਕਰਦੇ। ਅੱਛਾ, ਉਹ ਤਸਵੀਰ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਸਾਡੇ ਕਿਸੇ ਇੱਕ ਦੀ ਵੀਡੀਓ ਦੇ ਵਿੱਚ ਦੇਖੀ, ਉਸ ਤਸਵੀਰ ਤੋਂ ਬਾਅਦ ਜਿਹੜੀਆਂ ਅਸੀਂ ਤੁਹਾਨੂੰ ਅਸਲ ਤਸਵੀਰਾਂ ਜ਼ੁਲਮ ਦੀਆਂ ਜਿਹੜੀ ਤਸਵੀਰਾਂ ਦਿਖਾਈਆਂ ਨੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹਦੇ ਬਾਰੇ 'ਚ ਮੈਂ ਇਹੀ ਕਹਿ ਰਹੀ ਹਾਂ, ਮੇਰਾ ਇੱਕ ਹੀ ਜਵਾਬ ਹੋਏਗਾ ਕਿ ਔਰਤ ਦੀ ਕੋਈ ਇੱਜ਼ਤ ਨਹੀਂ ਹੈਗੀ, ਨਾ ਬਾਪ ਦੀ ਨਜ਼ਰ 'ਚ, ਨਾ ਬੇਟੇ ਦੀ 'ਚ, ਨਾ ਭਾਈ ਦੀ 'ਚ, ਨਾ ਸ਼ੋਹਰ ਦੀ 'ਚ, ਨਾ ਰਿਸ਼ਤੇ, ਨਾ ਸੁਸਰ ਦੀ। ਕਿਉਂਕਿ ਸੁਸਰ ਨੇ ਵੀ ਅਗਰ ਜੇ ਨਾਲ ਮਾਰਿਆ ਗਿਆ ਨਾ ਤਾਂ ਕੀ ਗੱਲ, ਉਹਦੀ ਬੇਟੀ ਨਹੀਂ ਸੀ ਹੈਗੀ, ਉਹਦੀ ਬੀਵੀ ਨਹੀਂ, ਉਹਦੀ ਮਾਂ ਨਹੀਂ। ਉਹਦੀ ਅੰਮੀ ਨੇ ਦੱਸਿਆ ਕਿ ਮੈਂ ਜਦੋਂ ਸ਼ਾਦੀ ਤੋਂ 1 ਮਹੀਨੇ ਬਾਅਦ ਗਈ ਸੀ ਆਪਣੀ ਧੀ ਦੇ ਘਰ, ਤੇ ਮੇਰਾ ਜਿਹੜਾ ਕੁੜਮ ਹੈਗਾ ਮੇਰੀ ਧੀ ਦਾ ਸੋਹਰਾ, ਉਹਨੇ ਕਿਹਾ ਸੀ ਇਹਨੇ ਛੰਨੀ ਤੋੜੀ, ਮੇਰਾ ਦਿਲ ਕਰਦਾ ਇਹਨੂੰ ਚਪੇੜਾ ਮਾਰਨ। ਤੁਹਾਡੇ ਨਾਲ ਵੀ ਕਦੀ ਤੁਹਾਡੇ ਕਿਸੇ ਸੋਹਰੇ ਨੇ? ਨਹੀਂ, ਮੇਰਾ ਅੱਲਾ ਬਸ ਕੇ ਅੱਲਾ ਨਾਲ ਜੰਨਤ ਨਸੀਬ ਕਰੇ, ਮੇਰਾ ਸੁਸਰ ਨਹੀਂ ਹੈਗਾ। ਲੇਕਿਨ ਅਗਰ ਹੁੰਦੇ ਤਾਂ ਕੁਰਾਨ ਪਾਕ ਹਿਫਜ਼ ਸਨ। ਤੇ ਇਹ ਜਿਹੜਾ ਸੁਸਰ ਮੇਰਾ ਵਾਲਦ ਵੀ ਇੱਕ ਸੁਸਰ ਹੈ, ਗੱਲ ਵਾਲਦ ਦੀ ਆਈ ਹੈ, ਮੇਰਾ ਵੀ ਇੱਕ ਵਾਲਦ ਸੁਸਰ ਹੈ। ਮੇਰੀ ਵੀਡੀਓ ਪੂਰੇ ਪਾਕਿਸਤਾਨ 'ਚ, ਪੂਰੇ ਮੁਲਕ 'ਚ, ਪੂਰੀ ਦੁਨੀਆ ਤੇ ਚੱਲ ਰਹੀ ਹੈ। ਮੈਂ ਐਜ਼ ਆਪਣੇ ਬਾਪ ਦੀ ਇਹ ਅੱਛਾਈ ਦੱਸਾਂਗੀ ਵੀ ਮੇਰੀ ਵੀ ਇੱਕ ਨਾ ਭਾਬੀ ਹੈਗੀ ਹੈ, ਮੇਰਾ ਵੀ ਬਾਪ ਸੁਸਰ ਹੈ। ਲੇਕਿਨ ਕਦੀ ਮਹਿਸੂਸ ਨਹੀਂ ਕਰਾਇਆ ਵੀ ਮੈਂ ਸੁਸਰ, ਐਜ਼ ਅ ਵਾਲਦ ਮਹਿਸੂਸ ਕਰਾਇਆ ਵੀ ਬੇਟੀ ਕਰਕੇ ਬੁਲਾਣਾ, ਬੇਟੀ ਕਰਕੇ। ਉਹ ਵੀ ਇੱਕ ਸੁਸਰ ਹੈ, ਮੇਰਾ ਵੀ ਭਾਈ ਇੱਕ ਸ਼ੋਹਰ ਹੈ, ਉਹਨਾਂ ਨੇ ਵੀ ਬੀਵੀ ਰੱਖੀ। ਤੁਸੀਂ ਵੀ ਸ਼ੋਹਰ ਹੋਵੋਗੇ, ਤੁਸੀਂ ਵੀ ਇੱਕ ਬੀਵੀ ਰੱਖੀ। ਲੇਕਿਨ ਬੀਵੀ ਰੱਖਣ ਦਾ ਨਾ ਸਾਡੇ ਮੁਲਕ 'ਚ ਮਰਦਾਂ ਜ਼ਿਆਦਾ ਨੂੰ ਤਰੀਕੇਕਾਰ ਨਹੀਂ ਹੈਗਾ ਵੀ ਔਰਤ ਨੂੰ ਕਿਸ ਤਰ੍ਹਾਂ ਰੱਖਣਾ ਵੇ, ਕਿਸ ਤਰ੍ਹਾਂ ਉਹਨੂੰ ਕਿਹੜੀ ਚੀਜ਼ ਚਾਹੀਦੀ, ਕਿਹੜੀ ਨਹੀਂ। ਇਹ ਇਹਨਾਂ ਨੇ ਜ਼ਾਹਰ ਕਰਾ ਦਿੱਤਾ ਵੀ ਔਰਤ ਦੀ ਕੋਈ ਜ਼ਿੰਦਗੀ ਨਹੀਂ ਹੈਗੀ। ਜਿਸ ਤਰ੍ਹਾਂ ਹੁਣ ਸਾਰੇ ਆਮ ਫਿਰ ਰਹੇ ਨੇ ਨਾ, ਸਾਡੀ ਹੁਕੂਮਤ ਨੇ ਜ਼ਾਹਰ ਕਰ ਦਿੱਤਾ ਵੀ ਅਸੀਂ ਹੱਥਾਂ 'ਚ ਚੂੜੀਆਂ ਪਾ, ਸਾਡੀ ਹੁਕੂਮਤ ਨੇ ਚੂੜੀਆਂ ਪਾਈਆਂ ਹੋਈਆਂ ਨੇ ਹੱਥਾਂ ਦੇ ਵਿੱਚ। ਅਗਰ ਨਾ ਪਾਈਆਂ ਹੁੰਦੀਆਂ ਅੱਜ ਇੱਕ ਆਪਣੇ ਕੈਫੇ ਕਰਦਾਰ ਤੱਕ ਪਹੁੰਚੇ ਹੁੰਦੇ। 10 ਦਿਨ ਹੋ ਗਿਆ ਅਜੇ ਤੱਕ ਫੜਿਆ ਨਹੀਂ ਗਿਆ। ਅਗਰ ਹੁਕੂਮਤ ਦੇ ਵਿੱਚ ਹੁੰਦੀ ਨਾ ਇੰਨੀ ਪਾਵਰ ਤੇ ਅੱਜ ਇਹਨਾਂ ਨੂੰ ਫਾਂਸੀ ਦਿੱਤਾ। ਮੈਂ ਜ਼ਾਤੀ ਹਕੂਮਤ ਅੱਗੇ ਅਪੀਲ ਕਰਦੇ ਕਿ ਇਹਨਾਂ ਨੂੰ ਸਰੇਆਮ ਇੱਥੇ ਬਸਰੇ 'ਚ, ਮਰੀਦ ਕੇ 'ਚ, ਪੰਜਾਬ 'ਚ, ਕਿਸੇ ਵੀ ਏਰੀਆ 'ਚ ਸਰੇਆਮ ਗੋਲੀ ਮਾਰੀ ਜਾਏ। ਮੇਰੀ ਭੈਣ, ਤੂੰ ਵੀ ਇੱਕ ਔਰਤ ਹੈਗੀ ਆ, ਯਕੀਨਨ ਤੇਰੇ ਵੀ ਬੱਚੇ ਹੋਣਗੇ, ਜੀ, ਮੇਰੀਆਂ ਦੋ ਬੇਟੀਆਂ, 9 ਬਣ ਕੇ ਆਈ ਹੋਏਗੀ, ਠੀਕ ਹੈ ਨਾ, ਕਿਸੇ ਦੀ ਧੀ ਵੀ ਹੋਏਗੀ।
ਇਹ ਜਿਹੜੀ ਕਿਸੇ ਦੀ ਧੀ ਦੇ ਨਾਲ ਜ਼ੁਲਮ ਹੋਇਆ ਹੈ, ਜੀ, ਜੀ। ਇਹਦੇ ਬਾਰੇ ਚ ਆਵਾਮ ਨੂੰ, ਸਾਡੇ ਹੁਕਮਰਾਨਾਂ ਨੂੰ, ਸਾਡੇ ਪੁਲਿਸ ਦੇ ਆਲਾ ਅਫਸਰਾਂ ਨੂੰ, ਉਹਨਾਂ ਨੂੰ ਕੀ ਪੈਗਾਮ ਦੇਂਗੀ ਤਾਂ ਕਿ ਇਹ ਇੱਕ ਖਾਤੂਨ ਦੇ ਨਾਲ ਜ਼ੁਲਮ ਹੋਇਆ ਜੀ, ਜੀ। ਤੇ ਅਗਰ ਖਾਤੂਨ ਦੇ ਨਾਲ ਜ਼ੁਲਮ ਹੋਣ ਤੇ ਖਾਮੋਸ਼ ਹੋਗੀ ਨਾ, ਨਹੀਂ, ਤੇ ਇਹ ਜ਼ੁਲਮ ਮੈਂ ਰੁਕੇਗਾ ਨਹੀਂ। ਮੈਂ ਤੇ ਇਹ ਕਹਾਂਗੀ ਕਿ ਮੇਰਾ ਹਕੂਮਤ ਅੱਗੇ ਅਪੀਲ ਹੈਗੀ ਹੈ ਕਿ ਅਗਰ ਉਹਨਾਂ ਦੀ ਵੀ ਬੇਟੀ ਹੈ ਨਾ, ਜਿਸ ਤਰ੍ਹਾਂ ਕਿ ਪੰਜਾਬ ਕਾਲਜ ਦੇ ਵਿੱਚ ਬੱਚੀ ਨਾਲ ਜ਼ਿਆਦਤੀ ਹੋਈ ਹੈ ਨਾ, ਮੈਂ ਉਹ ਗੱਲ ਰਿਪੀਟ ਕਰਨ ਲੱਗੀ ਆ। ਅਗਰ ਆਵਾਮ ਦੀ ਬੱਚੀ ਵਕਾਊ ਹੈ ਨਾ, ਤੇ ਫਿਰ ਪੁਲਿਸ ਵਾਲੀਆਂ ਦੀਆਂ ਵੀ ਬੱਚੀਆਂ ਵਕਾਊ ਹੈਗੀਆਂ ਨੇ। ਪੁਲਿਸ ਵਾਲਿਆਂ ਨੇ ਕਿਹਾ ਸੀ ਨਾ ਕਿ ਪੁਲਿਸ ਵਾਲੇ ਦੀ ਬੱਚੀ ਕੋਈ ਵਿਕਾਊ ਮਾਲ ਨਹੀਂ ਹੈਗਾ, ਇਸੇ ਤਰ੍ਹਾਂ ਅਸੀਂ ਵੀ ਵਕਾਊ ਬੱਚੀਆਂ ਨਹੀਂ ਹੈਗੀਆਂ। ਜਿਸ ਤਰ੍ਹਾਂ ਉਹਨਾਂ ਨੂੰ ਇਨਸਾਫ ਮਿਲ ਸਕਦਾ ਨਾ, ਸਾਨੂੰ ਵੀ ਇਨਸਾਫ ਦਿੱਤਾ ਜਾਏ। ਇਹ ਮਹਿਰੀਨ ਮੇਰੀ ਬੇਟੀ, ਮੇਰੀ ਭੈਣ ਹੈ, ਇਹ ਕਿਸੇ ਹੋਰ ਦੀ ਭੈਣ ਜਾਂ ਬੇਟੀ ਨਹੀਂ ਮਰੀ ਗਈ, ਮੇਰੀ ਬੇਟੀ ਮਰੀ ਗਈ, ਮੇਰੀ ਮਹਿਰੀਨ ਗਈ ਹੈ, ਕਿਸੇ ਹੋਰ ਦੀ ਮਹਿਰੀਨ ਨਹੀਂ ਗਈ। ਮੈਂ ਚਾਹੁੰਦੀ ਕਿ ਮੇਰੀ ਮਹਿਰੀਨ ਨੂੰ ਇਨਸਾਫ ਮਿਲੇ। ਇਹ ਪੁਲਿਸ ਵਾਲੇ ਦੀ ਨਹੀਂ ਭੈਣ ਹੈਗੀ, ਐਜ਼ ਅ ਮੁਸਲਮਾਨ ਅਸੀਂ। ਤੁਹਾਨੂੰ ਕੋਈ ਖੌਫ ਨਹੀਂ ਕਿ ਮੁਲਜ਼ਮ ਜਿਹੜੇ ਦੰਦਨਾਦੇ ਫਿਰਦੇ ਪਏ ਨੇ, ਜੇ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਕੁਝ ਕਰ ਦੇਣ ਤੇ ਨਹੀਂ, ਫਿਰ ਅਗਰ ਜੇ ਖੌਫ ਰੱਖਾਂਗੇ ਤੇ ਫਿਰ ਅਸੀਂ ਫਿਰ ਇਨਸਾਨ ਤੇ नहीं, ਅਸੀਂ ਫਿਰ दरिंदियां नालों भी बदतर हैं भाई। नाज़रीन इकराम, ये सबसे बड़ी खुशी की बात है कि इस इलाके में मैंने बहुत सारे ऐसे प्रोग्राम रिकॉर्ड किए हैं, बहुत सारे ऐसी जुल्म की दास्तानें मैंने आप लोगों तक पहुंचाई हैं, लेकिन मैं इन पर प्राउड फील करता हूं, इनको खराज तहसीन पेश करता हूं कि इन लोगों ने उस किसी मासूम की बेटी के लिए आवाज़ उठाई है। यकीनन ये इन लोगों ने किसी की बेटी के लिए आवाज़ नहीं उठाई, बल्कि इन लोगों ने अपनी बेटी के साथ खुदा न खास्ता खुदा किसी की बेटी के साथ ऐसा जुल्म ना करे, लेकिन इन लोगों ने उस बच्ची के अंदर उस बच्ची की तस्वीर को अपने दिल में बसाकर, अपनी आंखों में बसाकर ये महसूस किया कि ये महरीन किसी की बेटी नहीं, ये महरीन हमारी बेटी है। और हम अगर आज खामोश हो गए तो न जाने ऐसा ना हो कि कल को हमारी महरीन के साथ भी ऐसा जुल्म हो जाए। तो यकीनन ये मुझे खुशी महसूस हुई है, और दुख का मैं इजहार इसलिए करूंगा कि अभी तक इस मुकामी पुलिस ने कई रोज गुजरने के बावजूद, क्योंकि वो मुलजमान अदालत से रजू कर चुके हैं, उन्होंने अबूरी जमानतें हासिल कर दी हैं, लेकिन ये जमानतें भी कैंसिल होती हैं। मैं खुदारा अगर मेरी वीडियो महरीन के वालिदैन देख रहे हैं, मैंने उनसे पहले भी कहा था कि अब आइंदा जब आप अदालत में जाएं तो ये तस्वीरों के बड़े बड़े प्रिंट निकलवा के अदालत के सामने रख दीजिएगा। ना आपको वकील करवाने की ज़रूरत होगी, ना आपको किसी सियासतदान को साथ ले जाने की ज़रूरत होगी। अगर उस जज के अंदर गैरत हुई, अगर उस जज की कोई माँ बहन बेटी हुई, तो वो एक लम्हा ज़ाया किए बगैर ही इन जालिमों की ज़मानतें खारिज करेगा और फौरी पुलिस गिरफ्तार करेगी। और अगर बात पुलिस की जाए, अगर पुलिस वालों की, यकीनन पुलिस वालों की बेटियां भी होंगी, वो भी इसी मुआशरे के हिस्से हैं, उन्हें भी हमने जन्म दिया है, उन्हें भी हमने ये वर्दी पहनाई है, वो भी इसी मुआशरे में रहते हैं। अगर उन लोगों की भी अपनी बेटी है, वो महरीन को अपनी बेटी समझकर अगर वो ये सोच लें, ये अहद कर लें कि हमने किसी की बेटी के साथ होने वाले जुल्म के खिलाफ खामोश नहीं होना, तो मैं समझता हूं कि ये जो सिलसिला, ये जो ससुराल में होने वाला जुल्म है, ये यकीनन न सिर्फ रुकेगा बल्कि आपको इसकी सिरे से खबर ही नहीं मिलेगी। इस माँ जी ने कहा मेरी एक बेटी है, लेकिन मुझे दुख है कहीं ऐसा ना हो, मुझे डर आ रहा है कि ऐसा ना हो कि मेरी बेटी के साथ, या मुझे फिर ऐसे धोखेबाज लोग जो हैं वो ना मिल जाएं, मेरी बेटी के साथ कोई ऐसा जुल्म ना कोई कर दे। यकीनन हमारी दुआ है, हम आपसे भी गुजारिश करते हैं, आप अपनी जब बेटियों के लिए दुआ करते हैं तो आप अपने साथ दूसरों की बेटियों के लिए भी दुआएं करें कि अल्लाह पाक ने अगर हमें बेटी जैसी रहमत दी है तो अल्लाह इसके नसीब भी अच्छे करे और ऐसे वहशी दरिंदों से हमें महफूज रखे। हम नाज़रीन कराम इस वाक़या से रिलेटेड हम कोशिश करेंगे कि पुलिस के आला हुक्मरान, आला अफसरान जो इस केस से रेलिवेंट हैं, जिनको ये जिम्मेदारी सौंपी गई है, हम उनसे कोशिश करेंगे, हम उनसे उनके ज़मीर को झंझोड़ने की कोशिश करेंगे कि उन लोगों ने अब तक क्या कार्रवाई की है, या सिर्फ हमारे टैक्स पर वो अपने बड़े बड़े पेड़ बना रहे हैं, अपने बच्चों के लिए लग्जरी लाइफस्टाइल बना रहे हैं, या फिर इस आवाम के लिए, इस गरीब आवाम के लिए, इस कौम की बेटियों के लिए भी कुछ कर रहे हैं या नहीं कर रहे हैं। मैं एक बार फिर इन माँ और बेटी को जो है वो खराज तहसीन पेश करता हूँ। मैं खुशी महसूस करता हूँ कि अगर मैं किसी की बेटी के लिए आवाज़ बनकर यहाँ इस पसमानदा से एक छोटे से गांव में, एक छोटे से इलाके में पहुँचा हूँ, तो यहाँ मुझे बाशऊर लोग मिले हैं जो जुल्म के देखते हुए
न सिर्फ खामोश हुए बल्कि उन्होंने आवाज़ भी उठाई। ये इनका कहना है कि हमारी बदकिस्मती समझ लें या उस बच्ची का नसीब समझ लें कि हमें उस घर से यहाँ तक चीखों पुकार की आवाज़ नहीं आती। लेकिन ये जालिम इस कैटेगरी के लोग थे, ये बगैरत इस नस्ल के थे कि इन लोगों ने अपने इर्द गिर्द ना तो अभी तक कोई घर बना, ना किसी के साथ इनका आना जाना था, ना किसी के साथ बातचीत थी, लेकिन सिर्फ इसके पीछे मकसद क्या था कि हमने किसी की बेटी को धोखे से हमने उसको धोखा दिया कि हमारा बेटा जो है वो सरकारी मुलाजिम है, हमारा बेटा जो है वो लाखों रुपए कमाता है। और फिर हर माँ बाप की ये कोशिश होती है, हर माँ बाप की ये ख्वाहिश होती है कि हम जिसको बेटी दें उस घर में हमारी बेटी जो है वो खुश रहे। यकीनन ये कोई भी माँ बाप नहीं चाहेगा कि हमारी बेटी इस तरह के भेड़िए, इस तरह के दरिंदों के हवाले की जाए। तो इस तरह के भेड़िए, इस तरह के दरिंदों को पहचानना होगा, हमें इन सब लोगों के खिलाफ आवाज़ उठाना होगी। हम आपसे दोबारा गुजारिश करते हैं कि महरीन के साथ होने वाले जुल्म की ये दास्तान के खिलाफ इन लोगों के खिलाफ बोलना होगा। तो इजाज़त चाहूँगा, अल्लाह ने के बाद।